ਤਾਂ ਇਹ ਹੈਗਾ ਕਿ ਬਲੱਡ ਪ੍ਰੈਸ਼ਰ ਜਿਹਨੂੰ ਅਸੀਂ ਸਾਇਲੈਂਟ ਕਿਲਰ ਕਹਿੰਦੇ ਹਾਂ। ਲੋਕੀ ਬਲੱਡ ਪ੍ਰੈਸ਼ਰ ਨੂੰ ਬਿਲਕੁਲ ਅਣਗੌਲਿਆ ਕਰ ਦਿੰਦੇ ਨੇ, ਅਵੇਸਲੇ ਰਹਿੰਦੇ ਨੇ। ਸਾਨੂੰ ਪਤਾ ਵੀ ਜਿਨ੍ਹਾਂ ਨੂੰ ਬੇਸ਼ੱਕ ਉਹ ਨਸ਼ਿਆਂ 'ਤੇ ਨਹੀਂ ਹਨ, ਪਰ ਉਹ ਜਿਮ ਕਰਦੇ ਨੇ, ਆਪਣੇ ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦੇ ਨੇ, ਪਰ ਜਾਣੇ ਅਣਜਾਣੇ ਦੇ ਵਿੱਚ ਉਹ ਕੀ ਕਰਦੇ ਨੇ, ਐਕਸੈਸਿਵ ਪ੍ਰੋਟੀਨਸ ਲੈਣ ਲੱਗ ਜਾਂਦੇ ਨੇ। ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ, ਬਿਕੋਜ਼ ਡਾਇਲਿਸਿਸ ਜਿਹੜਾ ਹੈਗਾ ਇੱਕ ਟੈਂਪਰੇਰੀ ਚਾਹੇ ਹੈਗਾ ਕੰਟਰੋਲ, ਲੇਕਿਨ ਪੇਸ਼ੈਂਟ ਨੂੰ ਇਹਦੀ ਸਹੂਲਤ ਦੇਣੀ ਬਹੁਤ ਜ਼ਰੂਰੀ ਬਣ ਜਾਂਦੀ ਹੈ। ਔਰ ਹੋਮਿਓਪੈਥਿਕ ਮੈਡੀਸਿਨ ਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਇੰਨੀ ਕਮਿਊਨਿਟੀ ਬਣ ਜਾਂਦੀ ਹੈ, ਔਰ ਤੁਹਾਡੀ ਬਾਡੀ ਖੁਦ, ਤੁਹਾਡੀ ਕਿਡਨੀਜ਼ ਜਿਹੜੀਆਂ ਨੇ ਉਹ ਫੰਕਸ਼ਨ ਇੰਨਾ ਕੁ ਕਰਨ ਲੱਗ ਜਾਂਦੇ ਕਿ ਡਾਇਲਿਸਿਸ ਦਾ ਪਰਪਸ ਜਿਹੜਾ ਤੁਹਾਡਾ ਦਵਾਈ ਨਾਲ ਹੀ ਸੋਲਵ ਹੋਣ ਲੱਗ ਜਾਂਦਾ। ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਅੱਜ ਸਾਡੇ ਨਾਲ ਡਾਕਟਰ ਪਰਮਜੀਤ ਸਿੰਘ ਰਾਣੂ ਮੌਜੂਦ ਨੇ, ਜੋ ਹੋਮਿਓਪੈਥਿਕ ਮੈਡੀਕਲ ਕਾਉਂਸਲ ਪੰਜਾਬ ਦੇ ਸਾਬਕਾ ਚੇਅਰਮੈਨ ਵੀ ਨੇ, ਉੱਘੇ ਡਾਕਟਰ ਨੇ ਹੋਮਿਓਪੈਥੀ ਦੇ। ਤੇ ਅੱਜ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਕਿਡਨੀ ਫੇਲੀਅਰ ਤੇ ਉਹਦੇ ਇਲਾਜ ਤੇ ਹਸਪਤਾਲਾਂ ਦੇ ਵਿੱਚ ਹੁੰਦੇ ਟਰੀਟਮੈਂਟ ਤੇ ਨਾਲ ਨਾਲ ਜਿਹੜਾ ਹੋਮਿਓਪੈਥੀ ਦਾ ਇਹ ਸਾਰੇ ਕੇਸ ਦੇ ਵਿੱਚ ਕਿਸ ਤਰ੍ਹਾਂ ਦਾ ਰੋਲ ਰਹਿੰਦਾ। ਰਾਣੂ ਸਾਹਿਬ ਸਵਾਗਤ ਹੈ ਪਹਿਲਾਂ ਤਾਂ ਬਾਬੂਸ਼ਾਹੀ ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਛਾ, ਪਹਿਲਾਂ ਕਿਡਨੀ ਫੇਲੀਅਰ ਬਾਰੇ ਆਪਾਂ ਗੱਲ ਕਰੀਏ। ਬੜਾ ਵਰਿੰਗ ਹੈ, 2 ਲੱਖ ਦੇ ਕਰੀਬ ਕੇਸਿਸ ਹਰ ਸਾਲ ਆਉਂਦੇ ਨੇ। ਕੀ ਲੱਗਦੇ ਹੋ ਤੁਹਾਨੂੰ, ਕੀ ਲੱਗਦਾ ਕਾਰਨ ਕੀ ਹੈ ਜੀ, ਤੇ ਇੰਨੇ ਕੇਸ ਹੋਣਾ ਤੇ ਇਲਾਜ ਕਿਸ ਤਰੀਕੇ ਨਾਲ ਹੁੰਦਾ? ਦੇਖੋ, ਕਿਡਨੀ ਇੱਕ ਬੜਾ ਵਾਈਟਲ ਆਰਗਨ ਹੈ ਆਪਣੀ ਬਾਡੀ ਦਾ, ਜਿਹੜਾ ਐਕਸਕ੍ਰੀਟ ਕਰਦਾ ਗੰਦਗੀ, ਗੰਦਾ ਮਵਾਦ ਜਿਹੜਾ ਬਾਡੀ ਦੇ ਵਿੱਚੋਂ ਉਹਨੂੰ ਬਾਹਰ ਕੱਢਦਾ ਹੈ। ਔਰ ਇਹ ਇੱਕ ਐਸਾ ਆਰਗਨ ਹੈ ਜਦੋਂ ਇੱਕ ਵਾਰੀ ਖਰਾਬ ਹੋ ਜਾਵੇ ਤੇ ਮੁੜ ਇਹਦੇ 'ਚ ਰਿਪੇਅਰ ਨਹੀਂ ਹੋ ਸਕਦਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਇਰਰਿਵਰਸੀਬਲ ਚੇਂਜਸ ਆ ਜਾਂਦੇ ਨੇ ਇਹਦੇ ਜਦੋਂ ਕੋਈ ਪੈਥੋਲੋਜੀ ਦੀ ਖਰਾਬ ਹੁੰਦੀ ਹੈ। ਅਤੇ ਜਦੋਂ ਕਿਡਨੀਜ਼ ਖਰਾਬ ਹੋ ਜਾਣ ਤਾਂ ਵਰਲਡ ਦੇ ਵਿੱਚ ਕੋਈ ਐਸਾ ਟਰੀਟਮੈਂਟ ਨਹੀਂ ਹੈ ਜਿਹੜਾ ਕਿਡਨੀਜ਼ ਨੂੰ ਰਿਵਾਈਵ ਕਰਦੇ, ਚਾਹੇ ਉਹ ਹੋਮਿਓਪੈਥੀ ਹੈ, ਚਾਹੇ ਉਹ ਆਯੁਰਵੇਦ ਹੈ, ਚਾਹੇ ਉਹ ਕੋਈ ਵੀ ਇੰਟੈਗਰੇਟਿਡ ਸਿਸਟਮ ਹੈ ਜਾਂ ਐਲੋਪੈਥੀ ਹੈ। ਸਿਰਫ ਤੇ ਸਿਰਫ ਟਰਾਂਸਪਲਾਂਟ ਹੀ ਇਹਦਾ ਇੱਕ ਹੱਲ ਹੈ। ਲੇਕਿਨ ਟਰਾਂਸਪਲਾਂਟ ਬਹੁਤ ਮਹਿੰਗਾ ਪ੍ਰੋਸੈਸ ਹੈ ਔਰ ਕਈਆਂ ਦੀ ਪਹੁੰਚ ਤੋਂ ਬਾਹਰ ਹੁੰਦਾ ਹੈ। ਅਤੇ ਜਿੰਨੀ ਦੇਰ ਤੱਕ ਟਰਾਂਸਪਲਾਂਟ ਨਹੀਂ ਹੁੰਦਾ, ਉਨੀ ਦੇਰ ਲਈ ਪੇਸ਼ੈਂਟ ਨੂੰ ਜ਼ਿੰਦਗੀ ਦੇਣ ਦੀ ਖਾਤਰ ਖੂਨ ਨੂੰ ਪੁਣ ਕੇ ਦੁਬਾਰਾ ਬਾਡੀ ਦੇ ਵਿੱਚ ਪਾਉਣ ਦੇ ਲਈ ਆਰਟੀਫਿਸ਼ੀਅਲ ਮਸ਼ੀਨ ਦੇ ਰਾਹੀਂ ਡਾਇਲਿਸਿਸ ਕੀਤਾ ਜਾਂਦਾ ਹੈ। ਸੋ ਡਾਇਲਿਸਿਸ ਇੱਕ ਐਸਾ ਉਪਰਾਲਾ ਜਿਹੜਾ ਟੈਂਪਰੇਰੀ ਮੇਜਰ ਹੈ, ਸਿਰਫ ਇੱਕ ਮੁੱਲ ਦੀ ਜ਼ਿੰਦਗੀ ਦਿੱਤੀ ਜਾਂਦੀ ਹੈ ਉਹਦੇ ਨਾਲ ਪੇਸ਼ੈਂਟ ਨੂੰ। ਔਰ ਡਾਇਲਿਸਿਸ ਵੀ ਅੱਜ ਕੱਲ੍ਹ ਕਾਫੀ ਕੋਸਟਲੀ ਹੈ। ਦੇਖਿਆ ਜਾਏ ਤਾਂ ਇੱਕ ਵਾਰੀ ਦੇ ਡਾਇਲਿਸਿਸ 'ਤੇ 1500 ਤੋਂ ਲੈ ਕੇ 2000-2500 ਦਾ ਖਰਚਾ ਆ ਜਾਂਦਾ। ਔਰ ਤਕਰੀਬਨ ਅਸੀਂ ਦੇਖਦੇ ਹਾਂ ਕਿ ਪੇਸ਼ੈਂਟ ਜਿਹੜੇ ਨੇ ਉਹਨਾਂ ਨੂੰ ਹਫ਼ਤੇ 'ਚ 2 ਤੋਂ ਲੈ ਕੇ 3 ਡਾਇਲਿਸਿਸ ਕਰਾਉਣੇ ਪੈਂਦੇ ਨੇ, ਜਿਹਦੇ ਨਾਲ ਇੱਕ ਮਹੀਨੇ ਦਾ ਘੱਟੋ ਘੱਟ ਨਾ ਸੀ 30,000 ਰੁਪਏ ਖਰਚਾ ਜਿਹੜਾ ਇੱਕ ਪੇਸ਼ੈਂਟ ਦਾ ਪੈਂਦਾ। ਔਰ ਅਗਰ ਪਰਿਵਾਰ ਦਾ ਮੁਖੀਆ ਕਮਾਊ ਬੰਦਾ ਜਿਹੜਾ ਹੈਗਾ ਉਹ ਬਿਮਾਰ ਪੈ ਜਾਵੇ ਤਾਂ ਮੈਂ ਸਮਝਦਾ ਕਿ ਉਹ ਫੈਮਿਲੀ ਰਿਊਨ ਹੋ ਜਾਂਦੀ ਹੈ। ਉਹਨੂੰ ਮੁੱਲ ਦੀ ਜ਼ਿੰਦਗੀ ਦੇਣੀ ਜਿਹੜੀ ਆ, ਉਹਦੀ ਲਾਈਫ ਬਹੁਤ ਹੀ ਲੰਬੀ ਨਹੀਂ ਹੁੰਦੀ ਹੈਗੀ। ਸੋ ਜਦੋਂ ਕਿਡਨੀ ਟਰਾਂਸਪਲਾਂਟ ਦੀ ਵੀ ਗੱਲ ਕਰੀ ਤਾਂ ਉੱਥੇ ਵੀ 3-4 ਫੈਕਟਰਸ ਐਸੇ ਹੈਗੇ ਜਿਹੜੇ ਕਿ ਅਗਰ ਸਾਨੂੰ ਉਹ ਸੂਟ ਕਰਨ ਫਿਰ ਹੀ ਅਸੀਂ ਕਿਡਨੀ ਟਰਾਂਸਪਲਾਂਟ ਕਰ ਸਕਦੇ। ਪਹਿਲੀ ਗੱਲ ਤਾਂ ਸਰਕਾਰ ਦੀਆਂ ਸ਼ਰਤਾਂ ਨੇ ਕਿ ਉਹਨੂੰ ਤੁਹਾਨੂੰ ਮੀਟ ਕਰਨਾ ਪੈਂਦਾ ਨੋਰਮਸ ਨੂੰ। ਦੂਸਰੀ ਇਹ ਹੈਗੀ ਕਿ ਤੁਹਾਡੇ ਕੋਲ ਡੋਨਰ ਹੋਵੇ, ਔਰ ਤੀਸਰਾ ਜਿਹੜਾ ਹੈਗਾ ਤੁਹਾਡੀ ਬਾਡੀ ਉਹਨੂੰ ਅਸੈਪਟ ਕਰੇ। ਇਹ ਤੁਹਾਡੀ ਕਿਸਮਤ ਹੈ, ਫਿਰ ਉਹਦੇ 'ਤੇ ਖਰਚਾ ਵੀ ਹੈ। ਔਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਬਾਡੀ ਜਿਹੜੀ ਹੈ ਟਰਾਂਸਪਲਾਂਟ ਦੇ ਬਾਵਜੂਦ ਵੀ ਉਹਨੂੰ ਰਿਜੈਕਟ ਕਰਦੀ ਹੈ ਕਿਡਨੀ ਨੂੰ, ਔਰ ਉਹ ਅਸੈਪਟੇਬਲ ਨਹੀਂ ਹੁੰਦੀ। ਉਹਦੇ ਨਾਲ ਵੀ ਪੇਸ਼ੈਂਟਸ ਅਸੀਂ ਦੇਖਿਆ ਮੁੜ ਦੁਬਾਰਾ ਡਾਇਲਿਸਿਸ 'ਤੇ ਆ ਜਾਂਦੇ ਨੇ। ਸੋ ਹੋਮਿਓਪੈਥਿਕ ਦੇ ਬਾਰੇ ਮੈਂ ਇਹ ਦੱਸਣਾ ਚਾਹੁੰਦਾ ਕਿ ਹੋਮਿਓਪੈਥਿਕ ਬਹੁਤ ਵਧੀਆ ਸਪੋਰਟਿਵ ਟਰੀਟਮੈਂਟ ਹੈ, ਜਿੱਥੇ ਅਸੀਂ ਪੇਸ਼ੈਂਟ ਦੀ ਕਿਡਨੀਜ਼ ਨੂੰ, ਜਿਹੜੀਆਂ ਖਰਾਬ ਕਿਡਨੀਜ਼ ਨੇ, ਉਹਨਾਂ ਨੂੰ ਕੁਝ ਪਰਸੈਂਟ ਰਿਵਾਈਵ, ਪੂਰੀਆਂ ਨਹੀਂ ਮੈਂ ਕਹਿੰਦਾ, ਵੀ ਨੋਟ ਕਲੇਮ ਇਟ, ਪਰ ਅਸੀਂ ਰਿਜ਼ਲਟ ਦੇਖੇ ਨੇ ਕਿ ਕੁਝ ਪਰਸੈਂਟੇਜ ਜਿਹੜਾ ਹੈਗਾ ਕਿਡਨੀਜ਼ ਜਿਹੜੀਆਂ ਫੰਕਸ਼ਨ ਕਰਨ ਲੱਗ ਜਾਂਦੀਆਂ ਨੇ, ਜਿਹਦੇ ਨਾਲ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਕਿ ਜੋ ਕੰਮ ਡਾਇਲਿਸਿਸ ਮਸ਼ੀਨਾਂ ਕਰਦੀਆਂ ਨੇ ਉਹ ਸਾਡੀਆਂ ਦਵਾਈਆਂ ਨਾਲ ਹੀ ਪੇਸ਼ੈਂਟ ਦਾ ਜਿਹੜਾ ਹੋ ਜਾਂਦਾ ਹੈ। ਜਿਸ ਤਰ੍ਹਾਂ ਬਲੱਡ ਯੂਰੀਆ, ਸੀਰਮ ਕ੍ਰੀਟੀਨਾਈਨ, ਪੋਟਾਸ਼ੀਅਮ, ਫਾਸਫੋਰਸ, ਇਹਨਾਂ ਲੈਵਲਸ ਨੂੰ ਕੰਟਰੋਲ ਰੱਖਣਾ, ਪੇਸ਼ੈਂਟ ਦੀ ਲਾਈਫ ਸਟਾਈਲ ਜਿਹੜਾ ਹੈਗਾ ਉਹ ਸੌਖਾ ਹੋ ਜਾਂਦਾ। ਕਈ ਵਾਰ ਅਸੀਂ ਦੇਖਦੇ ਹਾਂ ਕਿ ਜਦੋਂ ਯੂਰੇਮਿਕ ਐਨੋਰੈਕਸੀਆ ਹੋ ਜਾਂਦਾ, ਭੁੱਖ ਮਰ ਜਾਂਦੀ ਹੈ ਔਰ ਉਲਟੀਆਂ ਲੱਗ ਜਾਂਦੀਆਂ ਪੇਸ਼ੈਂਟ ਨੂੰ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਮਿਓਪੈਥੀ ਦੇ ਨਾਲ ਕੰਟਰੋਲ ਹੋ ਜਾਂਦੀਆਂ। ਹੁਣ ਤੁਸੀਂ ਕਾਰਨ ਪੁੱਛੇ ਹੈ ਕਿ ਕਿਉਂ ਇਸ ਤਰ੍ਹਾਂ ਦਾ ਕੇਸਿਸ ਜ਼ਿਆਦਾ ਆ ਰਹੇ ਨੇ, ਉਹਦੇ ਰੀਜ਼ਨ ਕਈ ਨੇ। ਪਹਿਲਾ ਰੀਜ਼ਨ ਤਾਂ ਇਹ ਹੈਗਾ ਕਿ ਬਲੱਡ ਪ੍ਰੈਸ਼ਰ, ਜਿਹਨੂੰ ਅਸੀਂ ਸਾਇਲੈਂਟ ਕਿਲਰ ਕਹਿੰਦੇ ਹਾਂ। ਲੋਕੀ ਬਲੱਡ ਪ੍ਰੈਸ਼ਰ ਨੂੰ ਬਿਲਕੁਲ ਅਣਗੌਲਿਆ ਕਰ ਦਿੰਦੇ ਨੇ, ਅਵੇਸਲੇ ਰਹਿੰਦੇ ਨੇ। ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਸਾਡੀ ਨਿਗਾਹ ਔਰ ਖ਼ਾਸ ਕਰਕੇ ਕਿਡਨੀਜ਼ 'ਤੇ
ਬੁਰੀ ਤਰ੍ਹਾਂ ਇਫੈਕਟ ਕਰ ਦਿੰਦਾ ਹੈਗਾ। ਸੋ ਬਲੱਡ ਪ੍ਰੈਸ਼ਰ ਜਦੋਂ ਵੀ ਕਦੇ ਹੋਵੇ ਤਾਂ ਉਹਦੀ ਜਿਹੜੀ ਆ ਟ੍ਰੀਟਮੈਂਟ ਬਹੁਤ ਜ਼ਰੂਰੀ ਹੈ। ਮੁੱਢਲੀ ਸਟੇਜ ਜਿਹੜੀ ਹੈ ਬਲੱਡ ਪ੍ਰੈਸ਼ਰ ਹੀ ਹੈ ਜੋ ਕਿਡਨੀਜ਼ ਨੂੰ ਖਰਾਬ ਕਰਦਾ ਹੈ। ਦੂਸਰੀ ਹੈ ਸਾਨੂੰ ਡਾਇਬੀਟਿਕ ਜਿਹੜੇ ਪੇਸ਼ੈਂਟਸ ਨੇ, ਸ਼ੂਗਰ ਦੇ ਮਰੀਜ਼ ਨੇ ਜਿਹੜੇ, ਉਹਨਾਂ ਦੀਆਂ ਕਿਡਨੀਜ਼ ਜਿਹੜੀਆਂ ਨੇ ਬਹੁਤ ਜਲਦੀ ਇਫੈਕਟ ਹੁੰਦੀਆਂ ਨੇ। ਸੋ ਡਾਇਬੀਟਿਕ ਨੈਫਰੋਪੈਥੀ ਇੱਕ ਬਹੁਤ ਵੱਡਾ ਰੀਜ਼ਨ ਹੈਗਾ। ਤੀਸਰਾ ਹੈਗਾ ਕਿ ਕਈ ਵਾਰ ਆਪਾਂ ਘਰਾਂ ਦੇ ਵਿੱਚ ਦੇਖਦੇ ਹਾਂ ਲੇਡੀਜ਼ ਨੂੰ ਅਕਸਰ ਮਾਈਗ੍ਰੇਨ ਦੀ ਪ੍ਰੋਬਲਮ ਹੁੰਦੀ ਆ ਜਾਂ ਟੈਨਸ਼ਨ ਦੀ ਪ੍ਰੋਬਲਮ ਹੁੰਦੀ ਆ, ਤਾਂ ਉਹ ਘਰਾਂ ਦੇ ਵਿੱਚ ਆਪਣਾ ਕੰਮ ਕਰਨ ਦੇ ਮਾਰੇ, ਕਿਉਂਕਿ ਵਰਕਲੋਡ ਹੁੰਦਾ, ਆਫਿਸ ਜਾਣਾ ਹੁੰਦਾ, ਬੱਚਿਆਂ ਨੂੰ ਤਿਆਰ ਕਰਨਾ, ਘਰ ਦੇ ਵਿੱਚ ਸਾਰਾ ਦੇਖਣਾ, ਉਹ ਸਟ੍ਰੈਸ ਦੇ ਨਾਲ ਕੀ ਹੈ, ਉਹ ਆਪਣੇ ਆਪ ਨੂੰ ਫਿਟ ਕਰਨ ਦੀ ਖਾਤਰ ਕੋਈ ਪੇਨ ਕਿਲਰ ਲੈ ਲੈਂਦੀਆਂ ਨੇ। ਸੋ ਪੇਨ ਕਿਲਰ ਜਿਹੜੇ ਨੇ, ਲੌਂਗ ਟਾਈਮ ਕੰਜ਼ਿਊਮਿੰਗ ਪੇਨ ਕਿਲਰ ਜਿਹੜੇ ਨੇ, ਉਹ ਵੀ ਕਿਡਨੀਜ਼ ਨੂੰ ਡੈਮੇਜ ਕਰ ਦਿੰਦੇ ਨੇ। ਇੱਕ ਵੱਡਾ ਫੈਕਟਰ ਹੋ ਰਿਹਾ ਹੈਗਾ ਕਿ ਜਿਹੜੀ ਅੱਜ ਕੱਲ੍ਹ ਦਾ ਸਾਡਾ ਯੂਥ ਹੈ, ਸਾਡਾ ਯੂਥ ਕੁਛ ਤਾਂ ਨਸ਼ਿਆਂ ਨੇ ਪੱਟ ਦਿੱਤਾ, ਅਤੇ ਜਿਹੜੇ ਨਸ਼ੀਲੇ ਪਦਾਰਥ ਨੇ ਉਹ ਵੀ ਕਿਡਨੀਜ਼ ਨੂੰ ਖਰਾਬ ਕਰਦੇ ਨੇ। ਕੁਛ ਜਿਹੜੇ ਸਾਡੇ ਯੂਥ ਅਨਅਵੇਅਰ ਨੇ, ਜਿਨ੍ਹਾਂ ਨੂੰ ਬੇਸ਼ੱਕ ਉਹ ਨਸ਼ਿਆਂ 'ਤੇ ਨਹੀਂ ਹਨ, ਪਰ ਉਹ ਜਿਮ ਕਰਦੇ ਨੇ, ਆਪਣੇ ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦੇ ਨੇ, ਪਰ ਜਾਣੇ ਅਣਜਾਣੇ ਦੇ ਵਿੱਚ ਉਹ ਕੀ ਕਰਦੇ ਨੇ, ਐਕਸੈਸਿਵ ਪ੍ਰੋਟੀਨਸ ਲੈਣ ਲੱਗ ਜਾਂਦੇ ਨੇ। ਇਹ ਜਿਹੜੇ ਜਿਮ ਦੇ ਵਿੱਚ ਪ੍ਰੋਟੀਨਸ ਮਿਲਦੇ ਨੇ ਅਤੇ ਇਹਨਾਂ ਨੂੰ ਐਕਸੈਸਿਵ ਮਾਤਰਾ ਦੇ ਵਿੱਚ ਜਦੋਂ ਲੈਂਦੇ ਨੇ ਤਾਂ ਉਹਨਾਂ ਦੀਆਂ ਪਰਤਾਂ ਜਿਹੜੀਆਂ ਨੇ ਉਹ ਕਿਡਨੀਜ਼ ਦੇ ਵਿੱਚ ਜੰਮਣ ਲੱਗ ਜਾਂਦੀਆਂ ਨੇ, ਜਿਸ ਦੇ ਨਾਲ ਕਿਡਨੀ ਫੇਲੂਅਰ ਜਿਹੜਾ ਹੈਗਾ ਉਹ ਪੇਸ਼ੈਂਟ ਜਿਹੜੇ ਰੋਗੀ ਹੋ ਜਾਂਦੇ ਨੇ। ਸੋ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਇਹ ਧਿਆਨ ਰੱਖਣ ਦੀ ਬਹੁਤ ਲੋੜ ਹੈ ਕਿ ਅਸੀਂ ਜਿਹੜੇ ਬਾਹਰੀ ਪ੍ਰੋਟੀਨਸ ਨੇ ਉਹਨਾਂ ਦੀ ਜਿਹੜੀ ਮਾਤਰਾ ਹੈ ਉਹ ਪੁੱਛ ਕੇ ਡਾਕਟਰ ਤੋਂ ਔਰ ਤਰੀਕੇ ਦੇ ਨਾਲ ਬੈਲੈਂਸਡ ਡਾਈਟ ਜਿਹੜੀ ਆ ਉਹ ਲੈਣੀ ਚਾਹੀਦੀ ਹੈ। ਸਾਨੂੰ ਐਕਸੈਸਿਵ ਪ੍ਰੋਟੀਨ ਜਿਹੜੀ ਆ ਉਹ ਵੀ ਸਾਡੀ ਕਿਡਨੀਜ਼ ਨੂੰ ਖਰਾਬ ਕਰਦੀ ਹੈ। ਫਿਰ ਹਾਈਲੀ ਬ੍ਰੌਡ ਸਪੈਕਟਰਮ ਐਂਟੀਬਾਇਓਟਿਕ, ਜਿਸ ਤਰ੍ਹਾਂ ਸਾਨੂੰ ਬੁਖਾਰ ਹੋ ਜਾਂਦਾ ਅਤੇ ਕਈ ਵਾਰ ਕੀ ਹੁੰਦਾ, ਅਸੀਂ ਆਪਣਾ ਇਲਾਜ ਖੁਦ ਕਰਨ ਲੱਗ ਜਾਂਦੇ ਜਾਂ ਕੈਮਿਸਟਾਂ ਤੋਂ ਦਵਾਈ ਲੈ ਲਈ, ਕੋਈ ਐਂਟੀਬਾਇਓਟਿਕ ਇੱਦਾਂ ਦੇ ਲੈ ਲਏ ਜਿਹੜੇ ਲਗਾਤਾਰ ਕੁਛ ਦਿਨ ਆਪਾਂ ਕਰ ਰਹੇ। ਵੈਸੇ ਮੋਸਟਲੀ ਜਿਹੜੇ ਐਂਟੀਬਾਇਓਟਿਕਸ ਨੇ ਉਹਨਾਂ ਦਾ ਪੀਰੀਅਡ ਜਿਹੜਾ ਹੈਗਾ ਉਹ ਪ੍ਰਿਸਕ੍ਰਾਈਬ ਪੀਰੀਅਡ ਹੁੰਦਾ ਫॉर 3 ਡੇਜ਼ ਜਾਂ 5 ਡੇਜ਼ ਜਾਂ 7 ਡੇਜ਼ ਜਾਂ ਮੈਕਸੀਮਮ 10 ਡੇਜ਼। ਕਈ ਵਾਰ ਅਸੀਂ ਦੇਖਦੇ ਹਾਂ ਕਿ ਕਈ ਪੇਂਡੂ ਜਿਹੜੇ ਡਾਕਟਰ ਨੇ, ਪ੍ਰੈਕਟਿਸ ਕਰਦੇ ਨੇ ਪਿੰਡਾਂ ਦੇ ਵਿੱਚ, ਕੁਆਲੀਫਾਈਡ ਨਹੀਂ ਹੁੰਦੇ, ਉਹ ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਐਂਟੀਬਾਇਓਟਿਕਸ ਓਵਰਡੋਜ਼ ਕਰ ਜਾਂਦੇ ਨੇ। ਸੋ ਹਾਈਲੀ ਬ੍ਰੌਡ ਸਪੈਕਟਰਮ ਐਂਟੀਬਾਇਓਟਿਕਸ ਜਿਹੜੇ ਨੇ ਜਾਂ ਐਂਟੀਵਾਇਰਲ ਡਰੱਗਸ ਨੇ, ਸਟਰੋਂਗ ਮੈਡੀਸਿਨਸ ਨੇ, ਕੋਈ ਸਟੀਰੋਇਡਸ ਨੇ, ਉਹ ਵੀ ਸਾਡੀ ਕਿਡਨੀਜ਼ 'ਤੇ ਇਫੈਕਟ ਕਰਦੇ ਨੇ, ਜਿਹਦੇ ਨਾਲ ਸਾਡੀ ਜਿਹੜੀ ਅੰਦਰੋਂ ਚਰਬੀ ਹੈ, ਪ੍ਰੋਟੀਨ ਜਿਹਨੂੰ ਕਹਿ ਦਿੰਦੇ, ਐਲਬਿਊਮਨ ਜਿਹਨੂੰ ਕਹਿ ਦਿੰਦੇ, ਉਹ ਢਲ ਕੇ ਕਿਡਨੀਜ਼ ਰਾਹੀਂ ਬਾਹਰ ਆਉਣ ਲੱਗ ਜਾਂਦੀ ਹੈ ਪਿਸ਼ਾਬ ਦੇ ਵਿੱਚ। UTI ਵੀ ਇੱਕ ਬਹੁਤ ਵੱਡਾ ਰੋਲ ਹੈ ਇਹਦੇ 'ਚ। ਮੋਸਟਲੀ ਕਈ ਲੇਡੀਜ਼ ਨੂੰ ਫਰੀਕੁਐਂਟ UTI ਰਹਿੰਦੀ ਹੈ ਅਤੇ ਕਿਡਨੀਜ਼ ਦੇ ਵਿੱਚ ਜਿਹੜੀਆਂ ਪੱਥਰੀਆਂ ਬਣ ਜਾਂਦੀਆਂ ਨੇ, ਪੱਥਰੀਆਂ ਨੂੰ ਅਸੀਂ ਅਣਗੌਲਿਆ ਕਰ ਦਿੰਦੇ ਹਾਂ, ਉਹਨਾਂ ਦਾ ਕੇਅਰ ਨਹੀਂ ਕਰਦੇ, ਪੱਥਰੀ ਅੰਦਰ ਹੀ ਅੰਦਰ ਜ਼ਖਮ ਕਰ ਦਿੰਦੀ ਹੈ ਔਰ ਕਿਡਨੀ ਨੂੰ ਡੈਮੇਜ ਕਰ ਦਿੰਦੀ ਹੈ। ਸੋ ਜਦੋਂ ਵੀ ਕਦੇ ਕੋਈ ਸਟੋਨ ਹੋਵੇ ਉਹਦਾ ਤੁਰੰਤ ਜਿਹੜਾ ਹੈਗਾ ਟ੍ਰੀਟਮੈਂਟ ਉਹਦਾ ਕਰਾਉਣਾ ਚਾਹੀਦਾ ਤਾਂ ਕਿ ਕਿਡਨੀ ਤੁਹਾਡੀ ਖਰਾਬ ਨਾ ਹੋਵੇ। ਸੋ ਇਹ ਬੜੇ ਵੱਡੇ ਛੋਟੇ ਛੋਟੇ ਫੈਕਟਰਸ ਨੇ ਜਿਨ੍ਹਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ। ਯੂਰਿਕ ਐਸਿਡ ਜਿਹੜਾ ਹੈਗਾ ਉਹ ਵੀ ਸਾਨੂੰ ਬਹੁਤਾ ਵਧਣ ਨਹੀਂ ਦੇਣਾ ਚਾਹੀਦਾ ਬਾਡੀ ਦੇ ਵਿੱਚ, ਔਰ ਜਿਹਦੇ ਨਾਲ ਸਾਡੇ ਜਿਹੜਾ ਹੈਗਾ ਕਿਡਨੀਜ਼ ਡੈਮੇਜ ਹੁੰਦੀਆਂ ਨੇ। ਸੋ ਹੋਰ ਵੀ ਕਈ ਮਤਲਬ ਕਿ ਇੱਦਾਂ ਦੇ ਫੈਕਟਰਸ ਨੇ। ਡਾਕਟਰ ਸਾਹਿਬ, ਜਿਹੜਾ ਲਾਈਫ ਸਟਾਈਲ ਲਗਾਤਾਰ ਚੇਂਜ ਹੋ ਰਿਹਾ ਜੀ ਆਪਣਾ, ਉਹਦਾ ਕਿੱਡਾ ਕੁ ਵੱਡਾ ਤੁਸੀਂ ਰੋਲ ਮੰਨਦੇ ਹੋ, ਇਹ ਜਿਹੜੇ ਕੇਸਿਸ ਇੰਨੇ ਵੱਧ ਰਹੇ ਨੇ? ਦੇਖੋ, ਲਾਈਫ ਸਟਾਈਲ ਦੇ ਵਿੱਚ ਇਹ ਹੈ ਕਿ ਆਪਾਂ ਸਵੇਰ ਤੋਂ ਸ਼ਾਮ ਤੱਕ ਪੋਲਿਊਟਡ ਚੀਜ਼ਾਂ ਖਾਂਦੇ ਹਾਂ, ਔਰ ਫਸਲਾਂ ਨੇ ਸਾਡੀਆਂ, ਫਸਲਾਂ ਦੇ ਵਿੱਚ ਵੀ ਪੋਲਿਊਸ਼ਨ ਹੈ, ਉਹਨਾਂ ਦੇ ਉੱਤੇ ਪੈਸਟੀਸਾਈਡ ਛਿੜਕੇ ਜਾਂਦੇ ਨੇ। ਬਹੁਤ ਵਧੀਆ ਸਵਾਲ ਤੁਸੀਂ ਕੀਤਾ। ਜਿੱਦਾਂ ਹੁਣ ਬੈਂਗਣ ਹੈ, ਬੈਂਗਣ ਦੇ ਵਿੱਚ ਇੰਜੈਕਸ਼ਨ ਲਾਇਆ ਜਾਂਦਾ, ਭਿੰਡੀ ਦੇ ਉੱਪਰ ਸਪਰੇਅ ਕੀਤੀ ਜਾਂਦੀ ਹੈ ਉਹਨੂੰ ਤੁਰੰਤ ਬਚਾਉਣ ਦੀ ਖਾਤਰ। ਅਤੇ ਇਹ ਜਿਹੜੀਆਂ ਮੈਡੀਸਿਨਸ ਨੇ, ਸਟਰੋਂਗ ਜਿਹੜੇ ਪੈਸਟੀਸਾਈਡਸ ਨੇ, ਇਹ ਵੀ ਡਾਇਰੈਕਟਲੀ ਸਾਡੀ ਕਿਡਨੀਸ 'ਤੇ ਇਫੈਕਟ ਕਰਦੇ ਨੇ। ਔਰ ਅੱਜ ਕੱਲ੍ਹ ਪਸ਼ੂਆਂ ਦਾ ਜਿਹੜਾ ਦੁੱਧ ਹੈ, ਅਸੀਂ ਦੇਖਿਆ ਰਿਜ਼ਲਟ ਆਪਾਂ ਕਿ ਯੂਰੀਆ ਜਿਹੜਾ ਹੈ ਦੁੱਧ ਦੇ ਵਿੱਚ ਵੀ ਪਾਇਆ ਗਿਆ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਅਸੀਂ ਖਾਂਦੇ ਹਾਂ, ਪੋਲਿਊਟਡ ਫੂਡਸ ਨੇ ਜਿਹੜੇ, ਇਹ ਵੀ ਸਾਨੂੰ ਜਿਹੜਾ ਹੈਗਾ ਇਹਦੇ 'ਤੇ ਕਾਫੀ ਜਿਹੜਾ ਕਿਡਨੀ ਦੀ ਬਿਮਾਰੀ ਨੂੰ ਪ੍ਰੋਤਸਾਹਿਤ ਕਰਦੇ ਨੇ। ਤੁਸੀਂ ਇਲਾਜ ਦੀ ਗੱਲ ਕੀਤੀ, ਕਾਫੀ ਐਕਸਪੈਂਸਿਸ ਹੁੰਦਾ ਜੇ ਟਰਾਂਸਪਲਾਂਟ ਦੀ ਨੌਬਤ ਆਵੇ, ਡਾਇਲਸਿਸ ਕਰਵਾਉਣਾ ਪਵੇ। ਅਤੇ ਹੁਣ ਪਹਿਲਾਂ ਤਾਂ ਬੰਦਾ ਸੋਚਦਾ ਵੀ ਜੇ ਸਰਕਾਰੀ ਹਸਪੀਟਲਸ ਦੇ ਵਿੱਚ ਟਰੀਟਮੈਂਟ ਮਿਲ ਜੇ ਤਾਂ ਉਹ ਜ਼ਿਆਦਾ ਸੌਖਾ ਰਹਿੰਦਾ ਹੈ ਪੇਸ਼ੈਂਟ ਦੇ ਲਈ। ਸਰਕਾਰੀ ਹਸਪੀਟਲਸ ਜਿਹੜੇ ਨੇ ਉਹਨਾਂ ਦੇ ਵਿੱਚ ਕੀ ਸਟੇਟਸ ਤੁਸੀਂ ਦੇਖਦੇ ਹੋ? ਸਰਕਾਰਾਂ ਦਾ ਕਿੰਨਾ ਕੁ ਧਿਆਨ ਹੈ ਜੀ ਇਸ ਪਾਸੇ, ਕਿ ਉਹਨਾਂ ਨੂੰ ਲੱਗਦਾ ਵੀ ਇੰਨੇ ਕੇਸਿਸ ਆ ਰਹੇ ਨੇ ਅਤੇ ਉਸ ਪੱਧਰ ਦਾ ਇਲਾਜ ਅਤੇ ਟਰੀਟਮੈਂਟ ਮਿਲਦਾ ਜੀ ਉੱਥੇ? ਦੇਖੋ, ਮੈਂ ਪਿਛਲੇ 10-15 ਸਾਲਾਂ ਤੋਂ ਸਰਕਾਰਾਂ ਨਾਲ ਇਸ ਗੱਲ ਲਈ ਕਮਿਊਨੀਕੇਟ ਕਰਦਾ ਰਿਹਾ, ਔਰ ਜਿੰਨੇ ਵੀ ਹੈਲਥ ਮਿਨਿਸਟਰਸ ਆਏ ਨੇ ਪਹਿਲਾਂ ਮੈਂ ਉਹਨਾਂ ਨੂੰ ਬੇਨਤੀਆਂ ਕਰਦਾ ਰਿਹਾ। ਅਤੇ ਇੱਕ ਹੈਲਥ ਮਿਨਿਸਟਰ ਬ੍ਰਹਮਿੰਦਰਾ ਜੀ ਨੇ ਜ਼ਰੂਰ ਮੇਰੀ ਉਸ ਗੱਲ ਨੂੰ ਐਕਸੈਪਟ ਕੀਤਾ ਸੀ, ਅਤੇ ਉਹਨਾਂ ਨੇ ਸਾਡੇ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ ਡਾਇਲਸਿਸ ਮਸ਼ੀਨਾਂ ਜਿਹੜੀਆਂ ਪਈਆਂ ਸੀ ਢੱਕੀਆਂ ਸਿਰਫ, ਕਿਉਂਕਿ ਮਸ਼ੀਨਾਂ ਤਾਂ ਪਹਿਲਾਂ ਵੀ
ਸਰਕਾਰਾਂ ਨੇ ਲਿਆਂਦੀਆਂ ਸੀਗੀਆਂ, ਲੇਕਿਨ ਅਨਫੋਰਚੂਨੇਟਲੀ ਉਹਨਾਂ ਕੋਲ ਟੈਕਨੀਸ਼ੀਅਨ ਹੀ ਨਹੀਂ ਸੀਗੇ ਤੇ ਮਸ਼ੀਨਾਂ ਦੇ ਉੱਪਰ ਕੱਪੜੇ ਪਾ ਕੇ ਉਹਨਾਂ ਨੇ ਬੰਦ ਕਰਕੇ ਰੱਖੀਆਂ ਸੀ। ਤੋ ਪਿਛਲੀ ਸਰਕਾਰ ਦੇ ਵਿੱਚ ਬ੍ਰਹਮ ਮਹਿੰਦਰਾ ਜੀ ਨੇ ਟੈਕਨੀਸ਼ੀਅਨਸ ਅਪਾਇੰਟ ਕਰਾਏ ਔਰ ਜਿਹਦੇ ਨਾਲ ਡਾਇਲਿਸਿਸ ਦੀ ਸੇਵਾ ਜਿਹੜੀ ਆ ਉਹ ਰੂਰਲ ਹਸਪੀਟਲਸ ਦੇ ਵਿੱਚ ਵੀ ਸਟਾਰਟ ਹੋਈ। ਤੇ ਹੁਣ ਵੀ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ, ਬਿਕੋਜ਼ ਡਾਇਲਿਸਿਸ ਜਿਹੜਾ ਹੈਗਾ ਇੱਕ ਟੈਂਪਰੇਰੀ ਚਾਹੇ ਹੈਗਾ ਕੰਟਰੋਲ, ਲੇਕਿਨ ਪੇਸ਼ੈਂਟ ਨੂੰ ਇਹਦੀ ਸਹੂਲਤ ਦੇਣੀ ਬਹੁਤ ਜ਼ਰੂਰੀ ਬਣ ਜਾਂਦੀ ਆ। ਅਸੀਂ ਦੇਖਦੇ ਹਾਂ ਕਿ ਜਿਹੜੇ ਵੱਡੇ ਹਸਪੀਟਲਸ ਨੇ ਜਿੱਥੇ ਡਾਇਲਿਸਿਸ ਕਰਾਉਣ ਲਈ ਪੇਸ਼ੈਂਟ ਜਾਂਦਾ ਹੈ ਤੇ ਉਹ ਸਾਰੇ 5 ਸਟਾਰ ਹਸਪੀਟਲਸ ਨੇ ਮੋਸਟਲੀ। ਉੱਥੇ ਉਹਨਾਂ ਹਸਪੀਟਲਸ ਨੂੰ MBBS ਨਹੀਂ ਚਲਾਉਂਦੇ, ਮਲਟੀ ਸਪੈਸ਼ਲਿਟੀ ਹਸਪੀਟਲਸ ਨੂੰ ਉਹਨਾਂ ਨੂੰ HRs ਚਲਾਉਂਦੇ ਨੇ। ਜਦੋਂ ਵੀ ਕੋਈ ਡਾਕਟਰ ਦੀ ਅਪੁਆਇੰਟਮੈਂਟ ਹੁੰਦੀ ਹੈ ਤਾਂ ਉਹਨੂੰ ਕਿਹਾ ਜਾਂਦਾ ਕਿ ਤੁਹਾਡੀ 2 ਲੱਖ ਸੈਲਰੀ ਹੋਏਗੀ ਪਰ ਤੁਸੀਂ 15 ਲੱਖ ਰੁਪਏ ਹਸਪੀਟਲ ਨੂੰ ਕਮਾ ਕੇ ਦੇਣਾ। ਉੱਥੇ ਇੱਕ ਵਰਕ ਪ੍ਰੈਸ਼ਰ ਡਾਕਟਰ ਦੇ ਮਾਈਂਡ ਦੇ ਉੱਪਰ ਬੈਠ ਜਾਂਦਾ ਹੈ, ਜਿੱਥੇ ਜਿੰਨਾ ਵੀ ਉਹ ਮਸ਼ੀਨਾਂ ਨੇ ਡਾਇਲਿਸਿਸ ਦੀਆਂ ਜਾਂ ਹੋਰ ਵੀ ਮਸ਼ੀਨਰੀ ਆ ਹਸਪੀਟਲ ਦੀ ਤੇ ਬਿਲਡਿੰਗ ਹੈ ਉਹ ਸਾਰੀ ਲੋਨ ਤੇ ਹੁੰਦੀ ਆ। ਸੋ ਉਹ ਮਸ਼ੀਨਾਂ ਦੇ ਉਹਨਾਂ ਨੂੰ ਟਾਰਗੇਟ ਦਿੱਤਾ ਜਾਂਦਾ ਕਿ ਅਗਰ ਇਸ ਮਸ਼ੀਨ ਦੇ ਵਿੱਚ 1 ਮਹੀਨੇ ਦੇ ਵਿੱਚ ਇੰਨੇ ਪੇਸ਼ੈਂਟਸ ਨੂੰ ਤੁਸੀਂ ਡਾਇਲਿਸਿਸ ਦੇ ਵਿੱਚ ਲਿਆਓਗੇ ਤਾਂ ਇਹਦੀ ਜਿਹੜੀ ਹੈਗੀ ਆ ਅਮਾਊਂਟ ਕਿਸ਼ਤ ਜਿਹੜੀ ਨਿਕਲਦੀ ਹੈ ਇਹ ਮਸ਼ੀਨ ਫ੍ਰੀ ਹੋਏਗੀ। ਸੋ ਡਾਕਟਰ ਜਿਹੜਾ ਹੈਗਾ ਜਦੋਂ ਹਫਤੇ 'ਚ ਇੱਕ ਡਾਇਲਿਸਿਸ ਨਾਲ ਅਗਰ ਪੇਸ਼ੈਂਟ ਦਾ ਕੰਮ ਸਰਦਾ ਹੋਵੇ ਉਹਨੂੰ ਇਮੋਸ਼ਨਲ ਬਲੈਕਮੇਲਿੰਗ ਕਰਕੇ ਉਹਨੂੰ ਹੌਲੀ ਹੌਲੀ 2 ਜਾਂ 3 ਤੇ ਪਾ ਦਿੰਦਾ ਹੈਗਾ। ਸੋ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ ਸਾਡੇ ਮੈਡੀਕਲ ਸਿਸਟਮ ਆਫ ਇੰਡੀਆ ਦੇ, ਖਾਸ ਕਰਕੇ ਮੈਂ ਕਹਾਂਗਾ। ਇੱਕ ਵੱਡੀ ਗੱਲ ਹੋਰ ਹੈ ਕਿ ਜਿੰਨੇ ਵੀ ਇਹ ਪ੍ਰਾਈਵੇਟ ਵੱਡੇ ਮਲਟੀ ਸਪੈਸ਼ਲਿਟੀ ਹਸਪੀਟਲਸ ਨੇ ਇਹਨਾਂ ਦੇ ਕਾਉਂਸਲਰਸ ਰੱਖੇ ਹੋਏ ਨੇ ਜਿਹੜੇ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਕਾਉਂਸਲਿੰਗ ਕਰਦੇ ਔਰ ਕਾਉਂਸਲਿੰਗ ਦੇ ਵਿੱਚ ਉਹ ਭੇਤ ਲੈਂਦੇ ਆ ਮਰੀਜ਼ ਤੋਂ ਕਿ ਵੀ ਤੇਰੀ ਕੋਈ ਬੀਮਾ ਹੋਇਆ ਜਾਂ ਤੈਨੂੰ ECHS ਵਗੈਰਾ ਕੋਈ ਫੈਸਿਲਿਟੀ ਹੈ ਜਾਂ ਸਰਕਾਰ ਵੱਲੋਂ ਤੇਰੇ ਬਿੱਲ ਰੀਇੰਬਰਸ ਹੁੰਦੇ ਆ। ਜਦ ਉਹਨਾਂ ਨੂੰ ਪਤਾ ਲੱਗ ਜੇ ਕਿ ਹਾਂ ਇਹਦਾ ਬੀਮਾ ਵੀ ਹੋਇਆ ਜਾਂ ਇਹਨੂੰ ਪੈਸੇ ਮੁੜੇ ਹੋਣੇ ਆ, ਫਿਰ ਉਹ ਐ ਸਮਝਦੇ ਕਿ ਇਹ ਸਾਡਾ ਮੁਰਗਾ ਹੈ ਔਰ ਫਿਰ ਉਹਨੂੰ ਹਲਾਲ ਕਰਨਾ ਸ਼ੁਰੂ ਕਰ ਦਿੰਦਾ ਤਰੀਕੇ ਦੇ ਨਾਲ। ਦੈਨ ਉਹ ਹੌਲੀ ਹੌਲੀ ਕਿਉਂਕਿ ਅਗਲੇ ਨੂੰ ਕਹਿ ਦਿੰਦੇ ਵੀ ਤੇਰਾ ਤਾਂ ਭਾਈ ਸਾਰਾ ਬੀਮੇ ਨਾਲ ਹੋ ਜਾਣਾ, ਤੇਰੇ 'ਤੇ ਕਿਹੜਾ ਬੋਝ ਪੈਣਾ, ਤੂੰ ਸ਼ੁਰੂ ਕਰ ਆਪਣਾ ਡਾਇਲਿਸਿਸ। ਸੋ ਮੈਂ ਆਬਜ਼ਰਵ ਕੀਤਾ ਕਿ ਜਿਹੜੇ ਪੇਸ਼ੈਂਟਸ ਨੂੰ ਹਫਤੇ ਦੇ ਵਿੱਚ ਇੱਕ ਡਾਇਲਿਸਿਸ ਦੇ ਨਾਲ ਉਹਦਾ ਗੁਜ਼ਾਰਾ ਹੁੰਦਾ, ਉਹਦੀ ਬਾਡੀ ਚੱਲ ਸਕਦੀ ਆ, ਉਹਨੂੰ ਕੋਈ ਤਕਲੀਫ ਨਹੀਂ ਹੈ, ਤਾਂ ਉਹਨੂੰ ਮੋਸਟਲੀ ਇਹੋ ਜਿਹੇ ਹਸਪੀਟਲ ਜਿਹੜੇ ਨੇ ਉਹ 3 ਡਾਇਲਿਸਿਸ ਕਰਾਉਂਦੇ ਆ। ਸੋ ਮੈਂ ਇਹੀ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਕਿ ਅਗਰ ਤੁਸੀਂ ਡਾਇਲਿਸਿਸ 'ਤੇ ਵੀ ਹੋ ਤਾਂ ਤੁਸੀਂ ਅਗਰ ਨਾਲ ਹੋਮਿਓਪੈਥਿਕ ਟਰੀਟਮੈਂਟ ਸਟਾਰਟ ਕਰਦੇ ਹੋ ਤਾਂ ਤੁਹਾਡੇ ਡਾਇਲਿਸਿਸ ਤੋਂ ਤੁਸੀਂ ਉਤਰ ਵੀ ਸਕਦੇ ਹੋ। ਔਰ ਡਾਇਲਿਸਿਸ ਤੋਂ ਉਤਰਦੇ ਅਸੀਂ ਦੇਖੇ ਆ ਪੇਸ਼ੈਂਟਸ, ਅਕਿਊਟ ਰੀਨਲ ਫੇਲੂਅਰ ਦੇ ਵਿੱਚ ਵੀ ਅਸੀਂ ਦੇਖਿਆ ਕਿ ਪੇਸ਼ੈਂਟਸ ਨੂੰ 1 ਜਾਂ 2 ਡਾਇਲਿਸਿਸ ਤੋਂ ਬਾਅਦ ਕਦੇ ਜ਼ਰੂਰਤ ਹੀ ਨਹੀਂ ਪਈ ਡਾਇਲਿਸਿਸ ਦੀ। ਔਰ ਹੋਮਿਓਪੈਥਿਕ ਮੈਡੀਸਿਨ ਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਇੰਨੀ ਕੁ ਇਮਿਊਨਿਟੀ ਬਣ ਜਾਂਦੀ ਹੈ ਔਰ ਤੁਹਾਡੀ ਬਾਡੀ ਖੁਦ, ਤੁਹਾਡੀ ਕਿਡਨੀਜ਼ ਜਿਹੜੀਆਂ ਨੇ ਉਹ ਫੰਕਸ਼ਨ ਇੰਨਾ ਕੁ ਕਰਨ ਲੱਗ ਜਾਂਦੇ ਕਿ ਡਾਇਲਿਸਿਸ ਦਾ ਪਰਪਸ ਜਿਹੜਾ ਤੁਹਾਡਾ ਦਵਾਈ ਨਾਲ ਹੀ ਸੋਲਵ ਹੋਣ ਲੱਗ ਜਾਂਦਾ। ਸੋ ਇਹੀ ਕਿਸ ਤਰੀਕੇ ਦੇ ਨਾਲ ਤੁਸੀਂ ਹੋਮਿਓਪੈਥੀ ਦੀ ਗੱਲ ਕੀਤੀ, ਕਿਸ ਤਰੀਕੇ ਦੇ ਨਾਲ ਹੋਮਿਓਪੈਥੀ ਹੈ ਜਿਹੜੀ ਉਹ ਪ੍ਰੀਵੈਂਸ਼ਨ ਕਰਦੀ ਹੈ ਜਾਂ ਕਹਿ ਲਈਏ ਵੀ ਕਿਉਰ ਕਰਦੀ ਹੈ ਇਸ ਚੀਜ਼ ਨੂੰ, ਟੈਕਨੀਕਲੀ ਵੀ ਤੁਸੀਂ ਦੱਸ ਸਕਦੇ ਹੋ ਫੰਕਸ਼ਨਿੰਗ ਕੀ ਹੈ? ਇਹੀ ਦੱਸਣਾ ਚਾਹੁੰਦਾ ਕਿ ਹੋਮਿਓਪੈਥਿਕ ਮੈਡੀਸਿਨ ਇੱਕ ਸਪੋਰਟਿਵ ਟਰੀਟਮੈਂਟ ਹੈ ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੈਗਾ, ਕੋਈ ਬੁਰਾ ਅਸਰ ਨਹੀਂ ਹੈਗਾ। ਜਦੋਂ ਅਸੀਂ ਹੋਮਿਓਪੈਥੀ ਮੈਡੀਸਿਨ ਦਿੰਦੇ ਹਾਂ ਤਾਂ ਪੇਸ਼ੈਂਟ ਦੀ ਜਿਹੜੀ, ਜਿਸ ਤਰ੍ਹਾਂ ਐਨੋਰੈਕਸੀਆ ਮੈਂ ਦੱਸਿਆ ਕਿ ਯੂਰੇਮਿਕ ਐਨੋਰੈਕਸੀਆ ਹੋ ਜਾਂਦਾ ਜਦੋਂ ਬਲੱਡ ਯੂਰੀਆ ਵੱਧ ਜਾਂਦਾ, ਕ੍ਰੀਏਟਿਨਾਈਨ ਵੱਧ ਜਾਂਦਾ, ਬਾਡੀ ਦੇ ਵਿੱਚ ਪੋਟਾਸ਼ੀਅਮ ਫਾਸਫੋਰਸ ਦੀ ਮਾਤਰਾ ਵੱਧ ਜਾਂਦੀ ਹੈ, ਪਾਣੀ ਇਕੱਠਾ ਹੋ ਜਾਂਦਾ ਔਰ ਉਹਦੇ ਪੈਰ ਸੁੱਜ ਜਾਂਦੇ ਆ, ਸਾਹ ਲੈਣਾ ਔਖਾ ਹੋ ਜਾਂਦਾ, ਉਲਟੀਆਂ ਲੱਗ ਜਾਂਦੀਆਂ ਨੇ। ਸਾਡੀ ਹੋਮਿਓਪੈਥਿਕ ਮੈਡੀਸਿਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੰਟਰੋਲ ਹੋਣ ਲੱਗ ਜਾਂਦੀਆਂ ਨੇ, ਪਿਸ਼ਾਬ ਦੀ ਮਾਤਰਾ ਵਧਣ ਲੱਗ ਜਾਂਦੀ ਹੈਗੀ ਹੈ, ਪਾਣੀ ਸਰੀਰ ਦੇ ਵਿੱਚੋਂ ਘਟਣ ਲੱਗ ਜਾਂਦਾ। ਜਿਹੜਾ ਡਾਇਲਿਸਿਸ ਦੇ ਦੌਰਾਨ ਪੇਸ਼ੈਂਟ ਆ ਕੇ ਕਹਿੰਦੇ ਕਿ ਸਾਡਾ ਪਹਿਲਾਂ 2-2 ਕਿਲੋ ਪਾਣੀ ਨਿਕਲਦਾ ਸੀ, ਜਦੋਂ ਦੀ ਹੋਮਿਓਪੈਥੀ ਸਟਾਰਟ ਕੀਤੀ ਉਦੋਂ ਦਾ ਸਾਡਾ ਪਾਣੀ ਨਹੀਂ ਨਿਕਲਦਾ, ਉਹਨਾਂ ਇਕੱਠਾ ਨਹੀਂ ਹੁੰਦਾ ਹੈਗਾ ਔਰ ਸਾਹ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਸੋ ਪੇਟ ਦੇ ਵਿੱਚ ਪਾਣੀ ਨਹੀਂ ਇਕੱਠਾ ਹੋ ਰਿਹਾ, ਬਾਡੀ ਨੂੰ ਸੋਜਾ ਨਹੀਂ ਆ ਰਿਹਾ, ਉਹ ਆਪਣੀ ਜਿਹੜੀ ਕਿਰਿਆ, ਮੈਂ ਕਹਿ ਸਕਦਾ ਕਿ ਆਪਣੀ ਕਿਰਿਆ ਜਿਹੜੀ ਹੈ ਉਹ ਪ੍ਰੋਪਰ ਸੋਧਣ ਲੱਗ ਜਾਂਦਾ ਪੇਸ਼ੈਂਟ। ਸੋ ਇਹ ਬਹੁਤ ਵੱਡਾ ਇੱਕ ਰਾਹਤ ਜਿਹੜੀ ਆ ਹੋਮਿਓਪੈਥਿਕ ਸਿਸਟਮ ਦੇ ਨਾਲ ਮਿਲਦੀ ਹੈ ਪੇਸ਼ੈਂਟ। ਤੁਸੀਂ ਇਲਾਜ ਬਾਰੇ ਸਾਰਾ ਦੱਸਿਆ ਕਿ ਇਸ ਤਰੀਕੇ ਨਾਲ ਹੁੰਦਾ ਹੈ, ਬਚਾਅ ਬਾਰੇ ਵੀ ਦੱਸੋ ਵੀ ਇਸ ਤਰ੍ਹਾਂ ਦੀ ਨੌਬਤ ਹੀ ਨਾ ਆਵੇ ਕਿਡਨੀ ਫੇਲੀਅਰ ਦੀ, ਉਹਦੇ ਲਈ ਕੀ ਕਰਨਾ ਚਾਹੀਦਾ ਹੈਗਾ? ਰਹਿਣ ਸਹਿਣ ਕਿਸ ਤਰ੍ਹਾਂ ਦਾ ਜ਼ਰੂਰੀ ਹੈ, ਡਾਈਟ ਵਾਲੇ ਪੱਖੋਂ ਜਾਂ ਹੋਰ ਕਿਹੜੀ ਚੀਜ਼ਾਂ ਜਿਹੜੀਆਂ ਪਹਿਲਾਂ ਤੋਂ ਹੀ ਧਿਆਨ 'ਚ ਰੱਖਣੀ ਚਾਹੀਦੀਆਂ ਖਾਸ ਤੌਰ 'ਤੇ ਨੌਜਵਾਨਾਂ ਨੂੰ? ਬਿਲਕੁਲ, ਖਾਸ ਕਰਕੇ ਜਿੱਥੇ ਕਿਤੇ ਤੁਹਾਡੀ ਫੈਮਿਲੀ ਦੇ ਵਿੱਚ ਬਲੱਡ ਪ੍ਰੈਸ਼ਰ ਦੀ ਹਿਸਟਰੀ ਹੈ, ਸ਼ੂਗਰ ਦੀ ਹਿਸਟਰੀ ਹੈ ਜਾਂ ਕਿਡਨੀ ਡਿਜ਼ੀਜ਼ ਦੀ ਹਿਸਟਰੀ ਹੈ, ਉਹਨਾਂ ਪੇਸ਼ੈਂਟਸ ਨੂੰ ਬਹੁਤ ਧਿਆਨ ਨਾਲ ਆਪਣੀ ਜਿਹੜੀ ਆ ਲਾਈਫ ਸਟਾਈਲ ਜਿਹੜਾ ਹੈਗਾ ਉਹਨੂੰ ਫੋਲੋ ਕਰਨਾ ਚਾਹੀਦਾ। ਔਰ ਮੋਸਟਲੀ ਮੈਂ ਕਲੀਅਰ ਕੀਤੀਆਂ ਨੇ ਪਹਿਲਾਂ ਹੀ ਗੱਲਾਂ ਕਿ ਜਦੋਂ ਵੀ ਤੁਸੀਂ ਕੋਈ ਦਵਾਈ ਖਾਂਦੇ ਹੋ ਉਸ ਦਵਾਈ ਨੂੰ ਬਿਨਾਂ ਕੁਆਲੀਫਾਈਡ ਡਾਕਟਰ ਦੀ ਰਾਏ ਦੇ ਇੱਕ ਆਪਣੇ ਆਪ ਸੈਲਫ ਮੈਡੀਕੇਸ਼ਨ ਤੋਂ ਬਚਾ ਰੱਖੋ। ਦੂਸਰੀ, ਕੋਈ ਪੇਨ ਕਿਲਰਸ ਨਾ ਇਸ ਤਰ੍ਹਾਂ ਲਓ ਬਿਨਾਂ ਡਾਕਟਰ ਦੀ ਰਾਏ ਦੇ, ਕੋਈ ਐਂਟੀਬਾਇਓਟਿਕਸ ਕੰਟੀਨਿਊਸਲੀ ਨਾ ਲਓ ਬਿਨਾਂ ਡਾਕਟਰ ਦੀ ਰਾਏ ਦੇ। ਬਾਕੀ ਪਾਣੀ ਦੀ ਜਿਹੜੀ ਮਾਤਰਾ ਹੈ
ਉਹ ਤੁਸੀਂ ਜ਼ਿਆਦਾ ਕੰਜ਼ਿਊਮ ਕਰੋ, ਕਿਉਂਕਿ ਵਾਟਰ ਇੱਕ ਐਸਾ ਮਾਧਿਅਮ ਹੈ ਤੇ ਇੱਕ ਐਸੀ ਦਵਾਈ ਹੈ। ਜੇ ਤੁਸੀਂ ਪਾਣੀ ਜ਼ਿਆਦਾ ਪੀਂਦੇ ਹੋ, ਤੁਹਾਡੀਆਂ ਕਿਡਨੀਜ਼ ਫਿਲਟਰ ਕਰਦੀਆਂ ਨੇ, ਪਿਸ਼ਾਬ ਖੁੱਲ੍ਹ ਕੇ ਆਉਂਦਾ। ਪਿਸ਼ਾਬ ਨੂੰ ਰੋਕਣਾ ਨਹੀਂ ਚਾਹੀਦਾ ਸਾਨੂੰ ਕਦੇ ਵੀ, ਔਰ ਪਿਸ਼ਾਬ ਕਰਨਾ ਚਾਹੀਦਾ। ਔਰ ਪਿਸ਼ਾਬ ਦੇ ਵਿੱਚ ਪਿਸ਼ਾਬ ਦੇ ਰੰਗ ਨੂੰ ਵੀ ਧਿਆਨ 'ਚ ਦਿਓ ਕਿ ਅਗਰ ਉਹ 'ਚ ਪੀਲਾਪਨ ਹੈ ਜਾਂ ਹੋਰ ਤੁਹਾਨੂੰ ਲੱਗ ਕੇ ਆਉਂਦਾ ਹੈਗਾ ਤਾਂ ਤੁਸੀਂ ਇਮੀਡੀਏਟਲੀ ਡਾਕਟਰ ਨੂੰ ਕੰਸਲਟ ਕਰੋ। ਸੋ ਕਦੇ ਵੀ ਕਿਸੇ ਵਹਿਮ ਜਾਂ ਭਰਮ ਦੇ ਵਿੱਚ ਨਹੀਂ ਪੈਣ ਦੀ ਲੋੜ ਹੈ। ਅਤੇ ਵੱਡੀ ਗੱਲ ਇਹ ਹੈ ਕਿ ਪੋਲਿਊਟਿਡ ਚੀਜ਼ਾਂ ਤੋਂ ਬਚਾਅ ਰੱਖੋ। ਕੋਈ ਇਹੋ ਜਿਹੀਆਂ ਔਰਗੈਨਿਕ ਚੀਜ਼ਾਂ, ਖਾਸ ਕਰਕੇ ਸਬਜ਼ੀਆਂ, ਉਹਨਾਂ ਨੂੰ ਤੁਸੀਂ ਵੱਧ ਸੇਵਨ ਕਰਨ ਦੀ ਕੋਸ਼ਿਸ਼ ਕਰੋ। ਔਰ ਸਟਫ ਜਿਹੜੇ ਆਪਾਂ ਫਾਸਟ ਫੂਡਸ ਕਹਿ ਸਕਦੇ ਹਾਂ, ਜਾਂ ਬਹੁਤੇ ਜ਼ਿਆਦਾ ਤਲੀਆਂ ਮਲੀਆਂ ਚੀਜ਼ਾਂ, ਬਾਜ਼ਾਰੂ ਚੀਜ਼ਾਂ ਜਿਹੜੀਆਂ ਨੇ, ਉਹਦਾ ਜਿਹੜਾ ਸੇਵਨ ਆ ਉਹ ਘੱਟ ਤੋਂ ਘੱਟ ਇਸਤੇਮਾਲ ਕਰੋ। ਐਕਸਰਸਾਈਜ਼ ਬਹੁਤ ਜ਼ਰੂਰੀ ਆ। ਅਗਰ ਤੁਸੀਂ ਸਿਟਿੰਗ ਜੌਬ ਕਰਦੇ ਹੋ, ਕੋਈ ਦੁਕਾਨਦਾਰ ਹੋ, ਆਫਿਸ 'ਚ ਬੈਠਦੇ ਹੋ, ਜ਼ਿਆਦਾ ਟਾਈਮ ਤੁਹਾਡਾ ਸਿਟਿੰਗ ਹੈ, ਨੀਂਦ ਪੂਰੀ ਲਓ। ਨੀਂਦ ਅਗਰ ਪੂਰੀ ਲਓਗੇ ਤਾਂ ਤੁਹਾਨੂੰ ਸਟ੍ਰੈਸ ਨਹੀਂ ਰਹੇਗਾ ਔਰ ਤੁਹਾਡਾ ਬੀਪੀ ਵੀ ਕੰਟਰੋਲ 'ਚ ਰਹੇਗਾ। ਸੋ ਨੀਂਦ ਇੱਕ ਬਹੁਤ ਅੱਛੀ ਦਵਾਈ ਹੈ। ਇਹ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ। ਵੀ ਆਪਾਂ ਕੰਮ ਕਰਦੇ ਹਾਂ, ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਖਾਤਰ ਅਸੀਂ ਕੰਮ ਕਰਦੇ ਹਾਂ। ਅਤੇ ਜ਼ਿੰਦਗੀ ਬਿਹਤਰ ਤਾਂ ਹੀ ਬਣੇਗੀ ਜੇ ਸਾਡੀ ਬਾਡੀ ਜਿਹੜੀ ਆ ਉਹ ਫਰੈਸ਼ ਰਹੇਗੀ ਔਰ ਤੰਦਰੁਸਤ ਰਹੇਗੀ। ਉਹਦੇ ਲਈ ਨੀਂਦ ਇੱਕ ਬਹੁਤ ਵਧੀਆ ਜਿਹੜਾ ਸੋਰਸ ਹੈਗਾ। ਸੋ ਸਲੀਪ ਜਿਹੜੀ ਆ ਪੂਰੀ 7 ਆਵਰਸ ਸਲੀਪ, ਸਾਊਂਡ ਸਲੀਪ ਜਿਹੜੀ ਉਹ ਲੈਣੀ ਚਾਹੀਦੀ ਹੈ ਸਾਨੂੰ। ਬਲੱਡ ਪ੍ਰੈਸ਼ਰ, ਸ਼ੂਗਰ, ਇਹਨਾਂ ਦਾ ਖਾਸ ਕਰਕੇ ਧਿਆਨ ਰੱਖਣ ਦੀ ਲੋੜ ਹੈ। ਬਹੁਤ ਬਹੁਤ ਸ਼ੁਕਰੀਆ ਜੀ ਤਮਾਮ ਜਾਣਕਾਰੀ ਲਈ। ਸੋ ਡਾਕਟਰ ਪਰਮਜੀਤ ਸਿੰਘ ਰਾਣੂ ਜਿਹੜੇ ਬੜੇ ਮਾਹਰ ਨੇ, ਹੋਮਿਓਪੈਥਿਕ ਡਾਕਟਰ ਨੇ, ਮੋਹਾਲੀ ਦੇ ਵਿੱਚ ਕਲੀਨਿਕ ਵੀ ਆਪਣਾ ਚਲਾ ਰਹੇ ਨੇ ਅਤੇ ਪਿਛਲੇ ਸਮਿਆਂ ਦੇ ਵਿੱਚ ਸਰਕਾਰਾਂ ਨੂੰ ਵੀ ਟਾਈਮ ਟੂ ਟਾਈਮ ਸੁਝਾਅ ਦਿੰਦੇ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਕਿਡਨੀ ਫੇਲੀਅਰ ਤੋਂ ਬਚਣ ਦੇ ਲਈ ਕੀ ਜਿਹੜੇ ਕੰਮ ਨੇ ਉਹ ਕੀਤੇ ਜਾ ਸਕਦੇ ਨੇ, ਅਤੇ ਕਾਫੀ ਗੱਲਾਂ ਦੱਸੀਆਂ ਨੇ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ। ਅਤੇ ਅਗਰ ਕਿਸੇ ਨੂੰ ਰੋਗ ਲੱਗ ਵੀ ਗਿਆ ਤਾਂ ਉਸ ਤੋਂ ਬਾਅਦ ਇਲਾਜ ਆ ਜਿਹੜਾ ਉਹ, ਕਿਉਂਕਿ ਆਪਸ਼ਨਸ ਬਹੁਤ ਸਾਰੇ ਹੁੰਦੇ ਨੇ, ਤਾਂ ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ ਐਕਸਪੈਂਸਿਸ ਵਾਈਜ਼ ਵੀ, ਅਤੇ ਉਵੇਂ ਵੀ ਕਿ ਫੇਰ ਜਿਹੜਾ ਟਰੀਟਮੈਂਟ ਹੈ ਉਹ ਕਿੱਥੇ ਮਿਲ ਸਕਦਾ। ਸੋ ਉਮੀਦ ਹੈ ਕਾਫੀ ਜਾਣਕਾਰੀ ਹੈ ਤੁਹਾਨੂੰ ਉਹ ਇਸ ਵੀਡੀਓ ਤੋਂ ਮਿਲੀ ਹੋਊਗੀ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਜ਼।